ਕੇਜਰੀਵਾਲ थोड़ी देर दे विच दस दिए कि आम आदमी दे आगुआं ते वर्करां नूं संबोधन करनगे और सुप्रीम कोर्ट दे आदेशां दे तहत अज तिहाड़ जेल दे विच सरैंडर करना है। तां सरैंडर करन तो पहलां राजघाट जाणगे अरविंद केजरीवाल, कनॉट प्लेस स्थित हनुमान मंदिर च भी मत्था टेकणगे। सरैंडर करन तो पहलां पार्टी दफ्तर च आगुआं नूं मिलणगे। 10 मई नूं दस दिए कि अंतरिम जमानत ते आए सी बाहर और दिल्ली एक्साइज पॉलिसी दा सारा मामला है। तां केजरीवाल ने मैडिकल जांच लई हालांकि 7 दिन दी होर अंतरिम जमानत ਵਧਾਉਣ ਦੀ ਮੰਗ ਕੀਤੀ ਸੀ ਪਰ ਇਸ ਤੇ ਫੈਸਲਾ ਸੁਰੱਖਿਅਤ ਰੱਖਿਆ ਗਿਆ ਹੈ। ਉਧਰ ਸੀਐਮ ਭਗਵੰਤ ਮਾਨ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚ ਚੁੱਕੇ ਨੇ। ਤਾਂ ਦੱਸ ਦੇ ਕਿ ਅੱਜ ਸਰੈਂਡਰ ਕੀਤਾ ਜਾਣਾ ਹੈ। ਕੱਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਕੱਲ ਜਦੋਂ ਮੁਲਾਕਾਤ ਲਈ ਪਹੁੰਚੇ ਸੀ ਮੱਲਿਕਾਰਜੁਨ ਖੜਗੇ ਦੇ ਘਰ ਇੰਡੀਆ ਗੱਠਜੋੜ ਦੀ ਬੈਠਕ ਤਾਂ ट्वीट किया गया है अरविंद केजरीवाल ਦੇ ਵੱਲੋਂ और उन्होंने ट्वीट करके साफ तौर पर लिखा है मानयोग सुप्रीम कोर्ट के आदेशों से मैं 21 दिन चोण प्रचार लिए बाहर आया। मानयोग सुप्रीम कोर्ट का बहुत बहुत धन्यवाद। तुसी सारे लोग अपना ख्याल रखियो। जेल च मैनू तुहाडी सब दी चिंता रहेगी। तुसी खुश रहोगे तो जेल विच तुहाडा केजरीवाल भी खुश रहेगा। तो इस किस्म के नाल उन्होंने लोकां नूं लिखिया है। तो सीधे तौर पर अरविंद केजरीवाल सुप्रीमो ने आम आदमी पार्टी दे और जिस दे चलदे इन्हां दे वल्लों लगातार प्रचार जिहड़ा है कीता जा रहा है। विनेश कटारिया मेरे सहयोगी फोन लाइन ते ने। विनेश थोड़ी देर दे विच आम आदमी पार्टी दे वर्करां नूं संबोधन करना है तक कि कुछ पार्टी नूं कह के जा रहे ने क्योंकि लगातार यही जिक्र कर रहे सी कि मेरा नहीं पता मैं कदों तक जेल दे विच रहांगा। कुछ देखो जिहड़ा सुप्रीम कोर्ट वालों प्रचार करने का टाइम मिलिया सीगा वो हुण ओवर हो गया क्योंकि कल लास्ट फेज ओवर हो गया। तो अज जिहड़ा अरविंद केजरीवाल ने वापस सरैंडर करना है। तो उस तो पहला सुभाविक अरविंद केजरीवाल जिहड़े आम आदमी पार्टी के कन्वीनर है तो दिल्ली के मुख्यमंत्री होने के नाल इस करके पार्टी पिछों प्रॉपरली चलती रहे तो सारा कुछ एक्टिविटीज उन्हां दियां जिहड़ियां समूथली अगे वधियां रहन उस संबंधी अज अरविंद केजरीवाल अपने सारे वर्करां नूं कौंसलर MLAs MP ते जिहड़े भी संगठन के पदाधिकारी है सारिਆਂ ਨੂੰ संबोधित करनगे। क्योंकि जानते हैं गुरजोत 2 दिन बाद लोक सभा चोणां के नतीजे आने हैं। फिर लोक सभा चोणां के नतीजे जिहड़ा अगे की सियासत नूं लैके बहुत कुछ डिसाइड करनगे क्योंकि लोक सभा चोणां के की नतीजे आते हैं। उस तो बाद जिहड़ी आम आदमी पार्टी है वो इंडिया अलायंस का हिस्सा है। ਤੇ ਇੰਡੀਆ ਅਲਾਈਅੰਸ ਦੇ ਹਿੱਸੇ ਵਿੱਚ ਕਾਫੀ ਸਾਰੀਆਂ ਪਾਰਟੀਆਂ ਨੇ ਮਿਲ ਕੇ ਚੋਣ ਲੜੀ ਸੀਗੀ। ਉਹ ਇੰਡੀਆ ਅਲਾਈਅੰਸ ਦੇ ਹੱਕ ਵਿੱਚ ਕਿੰਨੀਆਂ ਸੀਟਾਂ ਭੁਗਤਦੀਆਂ ਤੇ ਜਿਹੜੀ ਇੰਡੀਆ ਅਲਾਈਅੰਸ ਦੇ ਆਪੋਜ਼ਿਟ ਜਿਹੜਾ NDA ਅਲਾਈਅੰਸ ਹੈ ਉਹਨਾਂ ਦੇ ਹੱਕ ਵਿੱਚ ਕਿੰਨੀਆਂ ਸੀਟਾਂ ਭੁਗਤਦੀਆਂ। ਇਹ ਸਾਰੇ ਜਿਹੜੇ ਸਮੀਕਰਨ ਹੈ ਉਹ ਜਿਹੜੀ ਅੱਗੇ ਆਉਣ ਵਾਲੇ ਦਿਨਾਂ ਵਿੱਚ ਸਿਆਸਤ ਦਾ ਹਿੰਦੁਸਤਾਨ ਦਾ ਕਾਫੀ ਸੂਬਿਆਂ ਦਾ ਭਵਿੱਖ ਨਿਰਧਾਰਿਤ ਕਰਨਗੇ। ਤੇ ਇਸ ਤੋਂ ਇਲਾਵਾ ਜੇ ਗੁਰਜੋਤ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਵੀ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੈ ਜੀ। ਤੇ ਪਿਛਲੀਆਂ ਜਿਹੜੀਆਂ ਵੀ ਚੋਣਾਂ ਹੋਈਆਂ ਸੀਗੀਆਂ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ਹੇਠ ਲੜੀਆਂ ਸੀਗੀਆਂ ਤੇ ਇਸ ਕਰਕੇ ਹੁਣ ਲੋਕ ਸਭਾ ਚੋਣਾਂ ਦਾ ਤਾਂ ਜਿਹੜਾ ਦੌਰ ਹੈ ਉਹ ਖਤਮ ਹੋ ਚੁੱਕਿਆ। ਹੁਣ ਸਿਰਫ ਨਤੀਜੇ ਆਣੇ ਆ। ਉਸ ਤੋਂ ਬਾਅਦ ਜਿਹੜੀ ਅੱਗੇ ਹੈ ਹਰਿਆਣੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਹੈ। ਹਰਿਆਣਾ ਵਿੱਚ ਵੀ ਆਮ ਆਦਮੀ ਪਾਰਟੀ ਇੰਡੀਆ ਅਲਾਇੰਸ ਦੇ ਬੈਨਰ ਹੇਠ ਲੜ ਰਹੀ ਹੈ। ਫਿਰ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੈ ਤੇ ਉਸ ਸੰਬੰਧੀ ਅੱਗੇ ਪਾਰਟੀ ਵਰਕਰਾਂ ਨੂੰ ਬੂਸਟ ਕਰਨਗੇ ਉਹ ਤੇ ਅੱਗੇ ਇਹਦੀ ਕੀ ਸਟ੍ਰੈਟਜੀ ਰਹੇਗੀ, ਅੱਗੇ ਕਿਵੇਂ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਕਰਨੀ ਹੈ ਤੇ ਪਾਰਟੀ ਸੰਗਠਨ ਨੂੰ ਕਿਵੇਂ ਇਕਜੁੱਟ ਰੱਖਣਾ ਹੈ ਉਸ ਸੰਬੰਧੀ ਜਿਹੜੇ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਦੇ ਸਾਰੇ ਵਰਕਰਾਂ ਨੂੰ, ਲੀਡਰਾਂ ਨੂੰ, MLAs ਨੂੰ, MPs ਨੂੰ ਤੇ ਪਦਾਧਿਕਾਰੀਆਂ ਨੂੰ ਸੰਬੋਧਿਤ ਕਰਨਗੇ। ਜੀ ਬਹੁਤ ਬਹੁਤ ਸ਼ੁਕਰੀਆ तमाम जानकारी ਲਈ ਵਿਨੇਸ਼, ਧੰਨਵਾਦ ਹੈ। ਤਾਂ ਸੁਭਾਵਿਕ ਤੌਰ ਤੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ, ਹਾਲਾਂਕਿ ਆਮ ਆਦਮੀ ਪਾਰਟੀ ਦਾ ਨਤੀਜਾ ਇਹਨਾਂ ਚੋਣਾਂ ਦੇ ਵਿੱਚ ਕੀ ਰਹਿੰਦਾ ਹੈ ਤਾਂ ਇਹ ਬਹੁਤ ਕੁਝ ਪਾਰਟੀ ਦਾ ਭਵਿੱਖ ਤੈਅ ਕਰੇਗਾ, ਖਾਸ ਤੌਰ ਤੇ ਇੰਡੀਆ ਗੱਠਜੋੜ ਦਾ ਭਵਿੱਖ ਵੀ ਤੈਅ ਕਰੇਗਾ। ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਰੀਕੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਰਹੇਗੀ ਅਰਵਿੰਦ ਕੇਜਰੀਵਾਲ ਦੀ, ਬੇਸ਼ੱਕ ਉਹ ਬੰਦ ਕਮਰਾ ਮੀਟਿੰਗ ਹੋਈ ਹੋਵੇ ਜਾਂ ਫਿਰ ਖੁੱਲੇ ਦੇ ਵਿੱਚ ਜੋ ਸੰਬੋਧਨ ਹੋਏਗਾ। ਅੱਗੇ ਵਧਾਂਗੇ ਤਾਂ ਐਗਜ਼ਿਟ ਪੋਲ ਨੂੰ ਲੈ ਕੇ ਰਾਹੁਲ ਗਾਂਧੀ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਇਹ ਮੋਦੀ ਦੀ ਫੈਂਟਸੀ ਪੋਲ ਹੈ ਤਾਂ ਇੰਡੀਆ ਗੱਠਜੋੜ 295 ਸੀਟਾਂ ਜਿੱਤੇਗਾ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ। ਰਿਜ਼ਲਟ ਨੂੰ ਲੈ ਕੇ ਕਾਂਗਰਸ ਨੇ ਅੱਜ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਇਸ ਦੇ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਾਊਂਟਿੰਗ ਨੂੰ ਲੈ ਕੇ ਉਮੀਦਵਾਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ। ਤਾਂ ਅਜਿਹੇ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਜਦੋਂ ਕੋਸ਼ਿਸ਼ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਨ ਦੀ ਤਾਂ ਉਹਨਾਂ ਨੇ ਕੁਝ ਹੀ ਅਸੀਂ ਕਹਿ ਸਕਦੇ ਹਾਂ ਕੁਝ ਹੀ ਮਿੰਟ ਗੱਲਬਾਤ ਕੀਤੀ ਔਰ ਬਿਆਨ ਜ਼ਰੂਰ ਦਿੱਤਾ ਹੈ ਔਰ ਕੁੱਲ ਮਿਲਾ ਕੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇਹ ਮੋਦੀ ਦਾ ਫੈਂਟਸੀ ਪੋਲ ਹੈ। इसका नाम एग्जिट पोल नहीं है, इसका नाम मोदी मीडिया पोल है। ये मोदी जी का पोल है, फैंटेसी पोल है उनका। थैंक यू। कितनी सीटें आ रही हैं आपके हिसाब से?
सिद्धू मूसेवाला का सॉन्ग सुना आपने? 295 एग्जिट पोल इसका नाम एग्जिट पोल नहीं है, इसका नाम मोदी मीडिया पोल है। ये मोदी जी का पोल है, फैंटेसी पोल है उनका। थैंक सर यू। कितनी सीटें आ रही हैं आपके हिसाब से? सिद्धू मूसेवाला का सॉन्ग सुना आपने? 295 ਤਾਂ ਰਾਹੁਲ ਨੇ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ। ਖੈਰ ਅੱਗੇ ਵਧਾਂਗੇ। ਅੱਜ ਸ਼ਾਮ ਨੂੰ ਚੋਣ ਕਮਿਸ਼ਨ ਨੂੰ ਇੰਡੀਆ ਗੱਠਜੋੜ ਦਾ ਵਫਦ ਮਿਲੇਗਾ। ਸ਼ਾਮ 4:30 ਵਜੇ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਡੀਆ ਗੱਠਜੋੜ ਦੇ ਵਫਦ ਦੀ ਮੁਲਾਕਾਤ ਹੈ। ਤਾਂ ਦੱਸ ਦਈਏ ਕਿ ਇਲੈਕਸ਼ਨ ਕਮਿਸ਼ਨ ਤੋਂ ਵੀਵੀਪੈਟ ਦੇ ਨਾਲ ਪਰਚੀ ਮਿਲਾਉਣ ਦੀ ਮੰਗ ਕੀਤੀ ਜਾਏਗੀ। ਤਾਂ ਸੋਰਸਿਸ ਵਾਲੇ ਤੋਂ ਇਹ ਖਬਰ ਹੈ ਕਿ ਪਹਿਲਾ ਪੋਸਟਲ ਬੈਲਟ ਦੀ ਕਾਊਂਟਿੰਗ ਕਰਨ ਦੀ ਮੰਗ ਜਿਹੜੀ ਹੈ ਉਹ ਕਰਨਗੇ ਔਰ ਹਰ ਰਾਊਂਡ ਤੋਂ ਬਾਅਦ ਉਮੀਦਵਾਰਾਂ ਦਾ ਡਾਟਾ ਦੇਣ ਦੀ ਮੰਗ ਜਿਹੜੀ ਹੈ ਉਹ ਕੀਤੀ ਜਾਏਗੀ। ਹਾਲਾਂਕਿ ਇਹ ਮੁਲਾਕਾਤ ਜਿਹੜੀ ਹੈ ਉਸ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ ਕਿ ਆਖਰਕਾਰ ਇਹ ਬਿਲਕੁਲ ਅਜਿਹੀ ਮੰਗ ਕੀਤੀ ਗਈ ਹੈ ਔਰ ਇਸ ਤੋਂ ਬਾਅਦ ਸਭ ਤੋਂ ਅਹਿਮ ਹੈ ਕਿ ਇਲੈਕਸ਼ਨ ਕਮਿਸ਼ਨ ਦਾ ਇਸ ਦੇ ਰਿਐਕਸ਼ਨ ਕੀ ਹੁੰਦਾ ਹੈ। ਪਰਸੋਂ ਨੂੰ ਵੋਟਿੰਗ ਜਿਹੜੀ ਕਾਊਂਟਿੰਗ ਹੋਣੀ ਹੈ ਵੋਟਿੰਗ ਦੀ, ਤਾਂ ਕੁੱਲ ਮਿਲਾ ਕੇ ਅੱਜ ਇਲੈਕਸ਼ਨ ਕਮਿਸ਼ਨ ਦੇ ਨਾਲ ਮੁਲਾਕਾਤ ਹੋਏਗੀ ਇੰਡੀਆ ਗੱਠਜੋੜ। ਤਾਂ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਸਿਆਸੀ ਘਮਸਾਨ ਜਾਰੀ ਹੈ ਔਰ ਦਿੱਲੀ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਦੇ ਵੱਲੋਂ ਦੱਸਿਆ ਕਿ ਸੀਐਮ ਨਾਇਬ ਸੈਣੀ ਨੂੰ ਪੱਤਰ ਲਿਖਿਆ ਗਿਆ ਹੈ ਕਿ ਹਰਿਆਣਾ ਤੋਂ ਦਿੱਲੀ ਨੂੰ ਵਾਧੂ ਪਾਣੀ ਦੇਣ ਦੀ ਉਹਨਾਂ ਨੇ ਮੰਗ ਕੀਤੀ ਹੈ। 1 ਮਹੀਨੇ ਦੇ ਲਈ ਯਮੁਨਾ ਤੋਂ ਵਾਧੂ ਪਾਣੀ ਛੱਡਿਆ ਜਾਵੇ ਉਹਨਾਂ ਨੇ ਕਿਹਾ ਹੈ। ਦਿੱਲੀ ਵਿੱਚ ਪਾਣੀ ਦੀ ਭਾਰੀ ਕਿੱਲਤ ਹੋ ਰਹੀ ਹੈ, ਆਤਿਸ਼ੀ ਦਾ ਇਹ ਕਹਿਣਾ ਹੈ। ਤਾਂ ਦੱਸ ਦਈਏ ਕਿ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਪਿਛਲੇ ਕਾਫੀ ਦਿਨਾਂ ਤੋਂ ਆ ਰਹੀ ਹੈ ਔਰ ਲੋਕ ਕਿਸ ਤਰੀਕੇ ਦੇ ਨਾਲ ਮਾਰੋ ਮਾਰ ਪੈ ਰਹੀ ਹੈ ਪਾਣੀ ਨੂੰ ਲੈ ਕੇ। ਟੈਂਕਰ ਇੱਕ ਆਉਂਦਾ ਹੈ ਪਰ ਬਹੁਤ ਸਾਰੇ ਲੋਕ ਬਹੁਤ ਸਾਰੇ ਆਪਣੇ ਬਰਤਨ ਲੈ ਕੇ ਪਾਣੀ ਭਰਨ ਦੇ ਲਈ ਇੱਥੇ ਪਹੁੰਚ ਜਾਂਦੇ ਨੇ ਔਰ ਇੱਕ ਦਾ ਨਹੀਂ ਬਲਕਿ ਵੱਖੋ-ਵੱਖ ਕਲੋਨੀਆਂ ਦਾ ਇਹੀ ਹਾਲ ਹੈ। ਤਾਂ ਜਿਸ ਨੂੰ ਲੈ ਕੇ ਇਹ ਚਿੱਠੀ ਲਿਖੀ ਗਈ ਹੈ ਔਰ ਹੁਣ ਇਹ ਮੰਗ ਕੀਤੀ ਗਈ ਹੈ ਹਰਿਆਣਾ ਤੋਂ ਦਿੱਲੀ ਦੇ ਵੱਲੋਂ ਕਿ ਵਾਧੂ ਪਾਣੀ ਯਮੁਨਾ ਦੇ ਵਿੱਚ ਛੱਡਿਆ ਜਾਵੇ। ਤਾਂ ਜਲੰਧਰ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ। ਚੋਣਾਂ ਖਤਮ ਹੁੰਦਿਆਂ ਹੀ ਸ਼ੀਤਲ ਅੰਗੁਰਾਲ ਨੇ ਯੂ ਟਰਨ ਲੈ ਲਿਆ ਹੈ। ਤਾਂ ਸ਼ੀਤਲ ਅੰਗੁਰਾਲ ਨੇ ਵਿਧਾਇਕੀ ਤੋਂ ਅਸਤੀਫਾ ਵਾਪਸ ਲੈ ਲਿਆ। ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਇਹ ਅਸਤੀਫਾ ਜਿਹੜਾ ਹੈ ਵਾਪਸ ਲਿਆ ਗਿਆ ਹੈ। ਤਾਂ ਕੱਲ ਵਿਧਾਨ ਸਭਾ ਸਪੀਕਰ ਨੇ ਦੱਸ ਦਿੱਤਾ ਕਿ ਸ਼ੀਤਲ ਅੰਗੁਰਾਲ ਨੂੰ ਬੁਲਾਇਆ ਵੀ ਹੈ। ਤਾਂ ਸ਼ੀਤਲ ਅੰਗੁਰਾਲ ਨੇ ਖੁਦ ਨਿਊਜ਼ 18 ਤੇ ਪੁਸ਼ਟੀ ਕੀਤੀ ਹੈ। ਕਾਨੂੰਨੀ ਸਲਾਹ ਲੈਣ ਤੋਂ ਬਾਅਦ ਅਸਤੀਫਾ ਵਾਪਸ ਲਿਆ ਹੈ। ਅੰਗੁਰਾਲ ਦਾ ਇਹ ਕਹਿਣਾ ਹੈ, ਉਹਨਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਰਹਾਂਗਾ। 27 ਮਾਰਚ ਨੂੰ ਬੀਜੇਪੀ 'ਚ ਸ਼ਾਮਲ ਹੋਏ ਸੀ। 2022 ਚ ਆਪ ਤੋਂ ਚੁਣੇ ਹੋਏ ਵਿਧਾਇਕ ਨੇ। ਤਾਂ ਸ਼ੀਤਲ ਅੰਗੁਰਾਲ ਨੇ ਫੇਸਬੁੱਕ ਪ੍ਰੋਫਾਈਲ ਫੋਟੋ ਤੋਂ ਬੀਜੇਪੀ ਦਾ ਲੋਗੋ ਵੀ ਹਟਾ ਦਿੱਤਾ ਹੈ। ਹਾਲਾਂਕਿ ਸ਼ੀਤਲ ਅੰਗੁਰਾਲ ਨੇ ਹਾਲੇ ਭਾਜਪਾ ਤੋਂ ਅਸਤੀਫੇ ਦਾ ਕੋਈ ਵੀ ਐਲਾਨ ਨਹੀਂ ਕੀਤਾ, ਪਰ ਇੰਨਾ ਜ਼ਰੂਰ ਕਿਹਾ ਕਿ ਉਹ ਕਿਸੇ ਵੀ ਪਾਰਟੀ 'ਚ ਨਹੀਂ ਰਹਿਣਗੇ। ਉਧਰ ਲੁਧਿਆਣਾ ਦੇ ਵਿੱਚ ਬੀਜੇਪੀ ਦੇ ਸਾਬਕਾ ਐਮਐਲਏ ਦੇ ਬੇਟੇ ਤੇ ਐਫਆਈਆਰ ਹੋਈ ਹੈ। ਸਾਬਕਾ ਐਮਐਲਏ ਹਰੀਸ਼ ਬੇਦੀ ਦੇ ਬੇਟੇ ਤੇ ਹਿਤੇਸ਼ ਬੇਦੀ ਦੇ ਖਿਲਾਫ ਐਫਆਈਆਰ ਹੋਈ ਹੈ। ਦਰਜ ਹੋਇਆ ਮਾਮਲਾ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲੱਗਿਆ ਹੈ। ਵੋਟਿੰਗ ਦੇ ਦੌਰਾਨ ਈਵੀਐਮ ਮਸ਼ੀਨ ਦੀ ਫੋਟੋ ਕਲਿੱਕ ਕੀਤੀ ਗਈ ਸੀ। ਹਿਤੇਸ਼ ਬੇਦੀ ਨੇ ਈਵੀਐਮ ਦੀ ਫੋਟੋ ਫੇਸਬੁੱਕ 'ਚ ਅਪਲੋਡ ਕੀਤੀ। ਪ੍ਰੈਜ਼ਾਈਡਿੰਗ ਅਫਸਰ ਕਿਸ਼ੋਰ ਕੁਮਾਰ ਦੀ ਸ਼ਿਕਾਇਤ ਤੇ ਇਹ ਐਫਆਈਆਰ ਦਰਜ ਹੋਈ ਹੈ। ਤਾਂ ਬੂਥ ਨੰਬਰ 142 ਦੇ ਵਿੱਚ ਹਿਤੇਸ਼ ਬੇਦੀ ਨੇ ਵੋਟਿੰਗ ਕੀਤੀ। ਤਾਂ ਇੱਕ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਫੋਟੋ ਵੀ ਕਲਿੱਕ ਕੀਤੀ ਗਈ। ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿਉਂਕਿ ਸੁਭਾਵਿਕ ਤੌਰ ਤੇ ਇਹ ਉਲੰਘਣਾ ਹੈ। ਜੇਕਰ ਤੁਸੀਂ ਵੋਟ ਕਰ ਰਹੇ ਹੋ ਤਾਂ ਬਿਲਕੁਲ ਇਹ ਪ੍ਰਾਈਵੇਸੀ ਹੈ ਔਰ ਇਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਤਰੀਕੇ ਦੇ ਨਾਲ। ਨਾ ਤਾਂ ਤੁਸੀਂ ਖੁਦ ਫੋਟੋ ਦੇ ਵਿੱਚ ਆ ਕੇ ਜਨਤਕ ਕਰ ਸਕਦੇ ਹੋ, ਨਾ ਹੀ ਤੁਸੀਂ ਜਦੋਂ ਵੋਟ ਪਾ ਰਹੇ ਹੋ ਉਸ ਸਮੇਂ ਬਟਨ ਦੱਬਦੇ ਹੋਏ ਜਿਵੇਂ ਇਹ ਫੋਟੋ ਕਲਿੱਕ ਕੀਤੀ ਹੋਈ ਹੈ। ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਜਿਸ ਬਟਨ ਤੇ ਇਹ ਕਲਿੱਕ ਕੀਤਾ ਜਾ ਰਿਹਾ ਉੱਥੇ ਲਾਈਟ ਬਲੀ ਹੈ ਔਰ ਇਸ ਦੀ ਫੋਟੋ ਕਲਿੱਕ ਕੀਤੀ ਗਈ ਹੈ। ਤਾਂ ਇਸ ਤਰੀਕੇ ਦੇ ਨਾਲ ਵੀ ਨਹੀਂ ਹੋ ਸਕਦਾ, ਯਾਨੀ ਕਿ ਸਿੱਧੇ ਤੌਰ ਤੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਇਹ ਉਲੰਘਣਾ ਹੈ। ਤਾਂ ਜਿਸ ਉਲੰਘਣਾ ਨੂੰ ਕੀਤਾ ਗਿਆ ਹੈ ਇਸ ਤੋਂ ਬਾਅਦ ਕਾਰਵਾਈ ਐਗਜ਼ਿਟ ਪੋਲ ਤੋਂ ਬੀਜੇਪੀ ਖੁਸ਼ ਹੈ। ਵੱਡੇ ਬਹੁਮਤ ਦੇ ਨਾਲ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੀਜੇਪੀ ਦੇ ਵੱਲੋਂ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ ਆਇਆ ਹੈ, ਐਗਜ਼ਿਟ ਪੋਲ ਤੋਂ ਜ਼ਿਆਦਾ ਸੀਟਾਂ ਲਵੇਗੀ ਬੀਜੇਪੀ। ਉਹਨਾਂ ਨੇ ਕਿਹਾ ਹੈ ਇਕੱਲੀ ਬੀਜੇਪੀ 350 ਦੇ ਕਰੀਬ ਸੀਟਾਂ ਜਿੱਤੇਗੀ। ਐਨਡੀਏ ਮਿਲਕੇ 400 ਪਾਰ ਦਾ ਅੰਕੜਾ ਪਾਰ ਕਰੇਗੀ। ਤਾਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਜਿੱਤ ਦਾ ਦਾਅਵਾ ਕੀਤਾ।
ਬੀਜੇਪੀ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਏਗੀ। ਉਹਨਾਂ ਨੇ ਕਿਹਾ 10 ਸਾਲ 'ਚ ਭਾਰਤ 'ਚ ਪਰਿਵਰਤਨ ਆਇਆ ਹੈ। ਮੋਦੀ ਸਰਕਾਰ ਦੌਰਾਨ ਭਾਰਤ ਵਿਕਾਸ ਦੇ ਵੱਲ ਵਧਿਆ ਹੈ, ਇਹ ਉਹਨਾਂ ਨੇ ਦਾਅਵਾ। से माननीय नरेंद्र मोदी जी के नेतृत्व में भारत में परिवर्तन हुआ है। भारत के गरीब के जीवन में परिवर्तन आया। भारत की अर्थव्यवस्था जिस तरह से सुदृढ़ हुई, भारत की सीमाएं सुरक्षित हुई, भारत का सम्मान विश्व भर में स्थापित हुआ और आम भारतीय के मन में ये संकल्प सुदृढ़ हुआ कि भारत विकसित हो सकता है। उसके आधार पर भारतीय जनता पार्टी का बूथ पर बैठने वाले सामान्य कार्यकर्ता से लेकर के राष्ट्रीय अध्यक्ष तक सभी लोग पूरी तरह से विश्वस्त थे कि भारतीय जनता पार्टी प्रचंड बहुमत से तीसरी बार फिर सरकार में आ रही है। देश की जनता ने नरेंद्र मोदी जी को प्रधानमंत्री बनाने के लिए और विकसित भारत के संकल्प को सिद्ध करने के लिए मानस बनाया हुआ था और उसी के आधार पर भारतीय जनता पार्टी के कार्यकर्ताओं के लिए, भारतीय जनता पार्टी के लिए देश की जनता ने एक नारा दिया था और वो नारा था अब की बार 400 के पार। और भारतीय जनता पार्टी उस संकल्प को, देश की जनता के संकल्प को सिद्ध करने के लिए मैदान में थी, इसलिए पहले दिन से हम विश्वास थे। सरकार तो मैडम बनी रही है, पर एग्जिट पोल्स आर ओनली एग्जिट पोल्स। और मेरा 2014 का 2019 का हमारा ये अनुभव है कि जो ट्रेंड होता है वो एग्जिट पोल बता देते हैं, पर वो ट्रेंड कहाँ तक जाता है। अभी जो आपके एग्जिट पोल्स जो मैंने देखे हैं वो सब कह रहे हैं कि हमारे कोई 2 कह रहे हैं 310 आएंगे, 1 कह रहा है 324 आएंगे, 2 कह रहे हैं 350। मेरा ये मानना है कि इस फीडबैक पे ये बीजेपी की बाय इटसेल्फ या 330 या 345 या 350 के पास फिगर होगा और एनडीए के जो हमारे पार्टनर्स हैं 37 पार्टनर्स, उनके मिला के विल बी क्लोज टू 400। यही गरीबों की चिंता करते हैं, किसानों की चिंता करते हैं, देश को विकसित यही कर रहे हैं और देश को सुरक्षित यही कर रहे हैं। जब ये भाव नीचे तक चला जाता है, महिलाएं उनके साथ खड़ी हो जाती हैं, तो वही आपको संकेत दे रहे हैं। अब बाकी कुछ लोग फटाफट चटाचट तो बकबक कर रहे थे, तो जनता फटाफट करने वाली है उनका। जयराम रमेश कह रहे हैं कि एग्जिट पोल को छोड़ दीजिए, 4 तारीख को एग्जिट इन सकता है। हमेशा बार बार कहते हैं लोग दिन में सपने देखते हैं, उस पर कोई पाबंदी नहीं है। कांग्रेस की हालत इसीलिए हुई है और आगे और होगी क्योंकि दिन में सपना देखना इन्होंने बंद नहीं किया है। जमीन पर काम करें, जनता का विश्वास जीतें, खाली मोदी जी की आलोचना और गाली गलौज बंद करें। कल मीटिंग हुई, मीटिंग के बाद उन्होंने प्रेडिक्ट कर दिया कि 295 सीट। अच्छा है, फिर कह रहा हूं दिन में सपने देखने दीजिए ना। एक बात आपने देखी, सारे एग्जिट पोल एक ही जगह में। सामान्यतः एग्जिट पोल में डिफरेंसेस होते हैं, ये शायद पहली बार है कि सारे एग्जिट पोल एक ही अंक के आसपास चले आ रहे हैं, जो घुमा के 400 के पार हो रहा है या उसके करीब रह रहा है। पोल कांग्रेस गठबंधन एग्जिट पोल में अभी मृत्युशैया पर दिख रही है, पर रिजल्ट के बाद देश की राजनीति में परिवारवाद, अहंकार, कुंठित मानसिकता से, भ्रष्टाचार से काम करने वाले कांग्रेस गठबंधन एग्जिट होने वाला है और 2024 का लोकसभा चुनाव में आदरणीय प्रधानमंत्री मोदी जी के नेतृत्व में भारतीय जनता पार्टी एक्सीलेटर पर है। जनता के आशीर्वाद से एक्सीलेटर पर है। कांग्रेस गठबंधन वेंटिलेटर पर है। अभी कुछ बहाने बनाए जाएंगे, अभी से शुरुआत होगी। गर्मी थी, ईवीएम खराब है, सनातन, भारतीय वोटर की मानसिकता आदि 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 आदि, पर यह निश्चित है कि भाजपा मोदी जी के नेतृत्व में एक्सीलेटर पर है और कांग्रेस गठबंधन वेंटिलेटर पर है। सारे पार्टियों, सारे नेताओं ने राज्यवार सीटों का विश्लेषण किया। अरे एग्जिट पोल में देखें ना, कुछ ऐसे राज्य हैं जिनका 4 सीट है, कुल मात्र 4 सीट है और वहां 6 सीट दिखा रहे हैं एनडीए को। ऐसे कई राज्य हैं जो जितना सीट है, सीट से भी अधिक एनडीए को मिल रहा है। तो और हम आज चुनाव आयोग को भी जा रहे हैं, पोस्टल बैलेट को लेकर एक विवाद खड़ा हो गया है, क्योंकि जो नियम के अनुसार पोस्टल बैलेट की गिनती होनी
वो हमें गुंजाइश नहीं दिखती कि वो होगी, तो हम चुनाव आयोग को भी शिकायत करेंगे। हमने 117